ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 90 ਤੇ 91 ਉੱਪਰ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਗੁਰੂ ਰਾਮਦਾਸ ਜੀ ਦੀ ਵਾਰ ਚੱਲੀ ਆ ਰਹੀ ਹੈ ਜੀ, ਜਿਹਦੀ ਅੱਜ ਸਮਾਪਤੀ ਹੋਏਗੀ। ਮਹੱਲਾ ਤੀਜਾ। ਨਾਨਕ ਹਰ ਨਾਮ ਜਿਨੀ ਆਰਾਧਿਆ, ਅਨ ਦਿਨ ਹਰ ਲਿਵਤਾਰ। ਮਾਇਆ ਬੰਦੀ ਖਸਮ ਕੀ, ਤਿਨ ਅੱਗੇ ਕਮਾਵੈ ਕਾਰ। ਪੂਰੇ ਪੂਰਾ ਕਰ ਛੋੜਿਆ, ਹੁਕਮ ਸਵਾਰਨ ਹਾਰ। ਗੁਰ ਪ੍ਰਸਾਦੀ ਜਿਨ ਬੁਝਿਆ, ਤਿਨ ਪਾਇਆ ਮੋਖ ਦੁਆਰ। ਹਾਂਜੀ ਸੰਗਤ ਜੀ, ਗੁਰੂ ਅਮਰਦਾਸ ਜੀ ਕਹਿੰਦੇ ਕਿ ਜੋ ਜੀਵ, ਕਹਿੰਦੇ ਨਾਨਕ ਜੋ ਜੀਵ ਹਰ ਰੋਜ਼ ਪਰਮਾਤਮਾ ਦੇ ਵਿੱਚ ਸੁਰਤ ਲਾ ਕੇ ਉਹਦਾ ਨਾਮ ਧਿਆਉਂਦੇ ਨੇ, ਪਰਮਾਤਮਾ ਦੇ ਵਿੱਚ ਸੁਰਤ ਜੋੜ ਕੇ ਇੱਕ ਚਿੱਤ ਹੋ ਕੇ ਉਹਦਾ ਨਾਮ ਹਰ ਰੋਜ਼ ਧਿਆਉਂਦੇ ਨੇ। ਕਹਿੰਦੇ ਫਿਰ ਜਿਹੜੀ ਮਾਇਆ ਹੈਗੀ ਆ ਨਾ, ਜੋ ਪਰਮਾਤਮਾ ਦੀ ਦਾਸੀ ਆ, ਕਹਿੰਦੇ ਫਿਰ ਇਹ ਉਹਨਾਂ ਦੇ ਅੱਗੇ ਕੰਮ ਕਰਨ ਵਾਲੀ ਬਣ ਜਾਂਦੀ ਆ, ਉਹਨਾਂ ਦੀ ਸੇਵਕ ਬਣ ਜਾਂਦੀ ਆ, ਉਸ ਜੀਵ ਦੀ ਜੋ ਹਰ ਰੋਜ਼ ਇਕਾਗਰ ਚਿੱਤ ਹੋ ਕੇ ਪਰਮਾਤਮਾ ਦਾ ਨਾਮ ਧਿਆਉਂਦੇ ਨੇ। ਕਹਿੰਦੇ ਵੀ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਕਹਿੰਦੇ ਵੀ ਸਤਿਗੁਰ ਨੇ ਫਿਰ ਉਸ ਜੀਵ ਨੂੰ ਸੰਪੂਰਨ ਕਰ ਦਿੱਤਾ, ਵੀ ਉਹਨੂੰ ਮਾਇਆ ਤੋਂ ਛੁਟਕਾਰਾ ਮਿਲ ਗਿਆ ਕਿ ਉਹ ਸੰਪੂਰਨ ਮਤਲਬ ਜੀਵ ਬਣ ਗਿਆ। ਇਹ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਹੀ ਹੋਇਆ ਤੇ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਸਤਿਗੁਰ ਨੇ ਉਸ ਜੀਵ ਨੂੰ ਸੰਵਾਰ ਦਿੱਤਾ, ਉਹਦੇ ਜੀਵਨ ਨੂੰ ਸੰਵਾਰ ਦਿੱਤਾ। ਇਹ ਕਹਿੰਦੇ ਗੁਰੂ ਦੀ ਕਿਰਪਾ ਨਾਲ ਜਿਸ ਜੀਵ ਨੇ ਪਰਮਾਤਮਾ ਦੇ ਨਾਲ ਜਾਣ ਪਛਾਣ ਪਾ ਲਈ, ਪਰਮਾਤਮਾ ਦੇ ਹੁਕਮ ਨੂੰ ਬੁੱਝ ਲਿਆ, ਕਹਿੰਦੇ ਫਿਰ ਉਸਨੇ ਵਿਕਾਰਾਂ ਤੋਂ ਖਲਾਸੀ ਪਾ ਲਈ ਆ। ਮਨ ਮੁਖ ਹੁਕਮ ਨਾ ਜਾਣਨੀ, ਤਿਨ ਮਾਰੇ ਜਮ ਜੰਦਾਰ। ਗੁਰਮੁਖ ਜਿਨੀ ਅਰਾਧਿਆ, ਤਿਨੀ ਤਰਿਆ ਪੌਜਲ ਸੰਸਾਰ। ਸਭ ਔਗਣ ਗੁਣੀ ਮਿਟਾਇਆ, ਗੁਰ ਆਪੇ ਬਖਸ਼ਣ ਹਾਰ। ਕਹਿੰਦੇ ਜੋ ਜੀਵ ਮਨ ਦੇ ਪਿੱਛੇ ਚੱਲਣ ਵਾਲੇ ਨੇ, ਕਹਿੰਦੇ ਉਹ ਪਰਮਾਤਮਾ ਦੇ ਹੁਕਮ ਨੂੰ ਨਹੀਂ ਜਾਣਦੇ ਹੈਗੇ, ਫਿਰ ਕਹਿੰਦੇ ਉਹ ਜਮ ਦੀਆਂ ਚੋਟਾਂ ਸਹਿੰਦੇ ਨੇ। ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਨੂੰ ਗੁਰੂ ਦੇ ਸਨਮੁਖ ਹੋ ਕੇ ਅਰਾਧਿਆ ਹੈਗਾ, ਗੁਰੂ ਦੀ ਸੇਵਾ ਕੀਤੀ ਆ, ਗੁਰੂ ਦੀ ਸ਼ਰਨ ਆ ਕੇ ਪਰਮਾਤਮਾ ਦਾ ਨਾਂ ਲਿਆ, ਉਹ ਕਹਿੰਦੇ ਇਸ ਸੰਸਾਰ ਰੂਪੀ ਸਮੁੰਦਰ ਦੇ ਭੌਜਲ ਤੋਂ ਤਰ ਜਾਂਦੇ ਨੇ। ਕਹਿੰਦੇ ਫਿਰ ਕੀ ਹੁੰਦਾ, ਕਹਿੰਦੇ ਜਿਹੜੇ ਕਹਿੰਦੇ ਗੁਰੂ ਦੇ ਸਨਮੁਖ ਹੋਇਆ, ਉਹਨਾਂ ਦੇ ਵਿੱਚ ਗੁਣ ਪੈਦਾ ਹੁੰਦੇ ਨੇ, ਉਹਨਾਂ ਗੁਣਾਂ ਦੇ ਨਾਲ ਉਹਨਾਂ ਦੇ ਸਾਰੇ ਜਿਹੜੇ ਔਗਣ ਨੇ ਉਹ ਖਤਮ ਹੋ ਜਾਂਦੇ ਨੇ। ਕਹਿੰਦੇ ਫਿਰ ਪਰਮਾਤਮਾ ਹੀ ਕਹਿੰਦੇ ਉਹਨਾਂ ਨੂੰ ਬਖਸ਼ਦਾ ਕਿ ਉਹਨਾਂ ਦੇ ਵਿੱਚ ਗੁਣ ਪੈਦਾ ਹੁੰਦੇ ਨੇ ਤੇ ਉਹਨਾਂ ਦੇ ਔਗਣ ਖਤਮ ਹੋ ਜਾਂਦੇ ਨੇ। ਵਾਹਿਗੁਰੂ ਜੀ ਵਾਹਿਗੁਰੂ। ਪੌੜੀ ਹਰ ਕੀ ਭਗਤਾਂ ਪ੍ਰਤੀਤ, ਹਰ ਸਭ ਕਿਛ ਜਾਣਦਾ। ਹਰ ਜੇਵੜ ਨਾਹੀ ਕੋਈ ਜਾਣੂ, ਹਰ ਧਰਮ ਵਿਚਾਰਦਾ। ਕਾੜਾ ਅੰਦੇਸਾ ਕਿਉ ਕੀਜੈ, ਜਾਂ ਨਾਹੀ ਅਧਰਮ ਮਾਰਦਾ। ਸੱਚਾ ਸਾਹਿਬ ਸੱਚ ਨਿਆਓ, ਪਾਪੀ ਨਰ ਹਾਰਦਾ।
ਸਾਲਾਹਿਓ ਭਗਤੋ ਕਰ ਜੋੜ, ਹਰ ਭਗਤ ਜਨ ਤਾਰਦਾ। ਬਹੁਤ ਹੀ ਪਿਆਰੀ ਪੌੜੀ ਆ, ਬਹੁਤ ਹੀ ਪਿਆਰੀ ਬਾਣੀ ਆ। ਹਾਂਜੀ ਜੀ, ਪਾਤਸ਼ਾਹ ਕਹਿੰਦੇ ਕਿ ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕੁਛ ਜਾਣਦਾ। ਕਹਿੰਦੇ ਜਿਹੜੇ ਹਰੀ ਦੇ ਪਰਮਾਤਮਾ ਦੇ ਭਗਤ ਨੇ, ਕਹਿੰਦੇ ਉਹਨਾਂ ਨੂੰ ਪਰਮਾਤਮਾ ਤੇ ਪੂਰਾ ਭਰੋਸਾ ਹੁੰਦਾ ਕਿ ਪਰਮਾਤਮਾ ਸਭ ਕੁਝ ਜਾਣਦਾ। ਪਰਮਾਤਮਾ ਅੰਤਰਜਾਮੀ ਆ, ਪਰਮਾਤਮਾ ਸਾਡੇ ਅੰਦਰ ਦੀ ਸਭ ਕੁਝ ਜਾਣਦਾ। ਹਰ ਜੇਵੜ ਨਾਹੀਂ ਕੋਈ ਜਾਣੂ, ਹਰ ਧਰਮ ਵਿਚਾਰਦਾ। ਫਿਰ ਉਹਨਾਂ ਨੂੰ ਇਹ ਹੁੰਦਾ ਕਿ ਜੋ ਪਰਮਾਤਮਾ ਅੰਦਰ ਬੈਠਾ ਸਭ ਕੁਝ ਜਾਣਦਾ ਤੇ ਇਹਦੇ ਤੋਂ ਉੱਪਰ ਹੋਰ ਕੋਈ ਜਾਣਨ ਵਾਲਾ ਜੀਵ ਨੂੰ ਨਹੀਂ ਹੈ, ਤੇ ਜੋ ਪਰਮਾਤਮਾ ਦਾ ਜਿਹੜਾ ਨਿਆਂ ਹੈਗਾ ਉਹ ਹਮੇਸ਼ਾ ਸੱਚਾ ਹੈਗਾ, ਤੇ ਪਰਮਾਤਮਾ ਕਿਸੇ ਦੇ ਨਾਲ ਅਨਿਆਂ ਨਹੀਂ ਕਰਦਾ ਹੈਗਾ। ਕਹਿੰਦੇ ਇਹਦੇ ਨਾਲ ਉਹਨਾਂ ਦੇ ਦਿਲ ਚੋਂ ਸਾਰੇ ਵਹਿਮ ਭਰ, ਸਾਰੀਆਂ ਚਿੰਤਾ ਹਟ ਜਾਂਦੀਆਂ ਨੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਪਰਮਾਤਮਾ ਜਿਸ ਨੇ ਗਲਤ ਕੰਮ ਕੀਤਾ ਉਹਨੂੰ ਸਜ਼ਾ ਮਿਲਣੀ ਆ। ਪਰਮਾਤਮਾ ਦਾ ਜਿਹੜਾ ਨਿਆਂ ਆ ਉਹ ਹਮੇਸ਼ਾ ਸੱਚਾ ਅਟੱਲ ਆ। ਪਰਮਾਤਮਾ ਦਾ ਨਿਆਂ ਧਰਮ ਦਾ ਨਿਆਂ ਹੈਗਾ। ਉੱਥੇ ਪਾਪੀ ਨਹੀਂ ਹਾਰਨਾ, ਜਿਹਨੇ ਪਾਪ ਨਹੀਂ ਕੀਤਾ ਉਹਨੇ ਤਰ ਜਾਣਾ। ਇਸ ਕਰਕੇ ਭਗਤਾਂ ਦੇ ਮਨ ਦੇ ਵਿੱਚ ਕੋਈ ਅੰਦੇਸ਼ਾ ਨਹੀਂ ਰਹਿੰਦਾ, ਕੋਈ ਡਰ ਨਹੀਂ ਰਹਿੰਦਾ, ਪਤਾ ਕਿ ਵੀ ਪਰਮਾਤਮਾ ਦਾ ਨਿਆਂ ਸੱਚਾ ਹੈਗਾ। ਫਿਰ ਕਹਿੰਦੇ ਵੀ ਕਹਿੰਦੇ ਸਲਾਹਿਓ ਭਗਤੋ, ਕਹਿੰਦੇ ਭਗਤੋ ਹੱਥ ਜੋੜ ਕੇ ਕਹਿੰਦੇ ਉਸ ਪਰਮਾਤਮਾ ਦਾ ਸਿਮਰਨ ਕਰੋ, ਉਹਦੀ ਆਰਾਧਨਾ ਕਰੋ। ਕਹਿੰਦੇ ਉਹੀ ਆਪਣੇ ਸੇਵਕ ਨੂੰ ਤਾਰ ਦਿੰਦਾ ਇਸ ਭਵਜਲ ਤੋਂ। ਮਤਲਬ ਕਿੰਨੀ ਸੋਹਣੀ ਗੱਲ ਆ, ਤੇ ਕਿੰਨਾ ਮਤਲਬ ਸਾਨੂੰ ਸਮਝਾ ਰਹੇ ਨੇ ਕਿ ਵੀ ਜਿਹੜੇ ਭਗਤ ਨੇ ਉਹਨਾਂ ਨੂੰ ਕੋਈ ਡਰ ਨਹੀਂ, ਅੰਦੇਸ਼ਾ ਨਹੀਂ, ਉਹਨਾਂ ਨੂੰ ਆਪਣੇ ਪਰਮਾਤਮਾ ਤੇ ਪੱਕਾ ਭਰੋਸਾ ਕਿ ਇਹਦਾ ਨਿਆਂ ਹਮੇਸ਼ਾ ਅਟੱਲ ਆ, ਪਾਪੀ ਨੂੰ ਸਜ਼ਾ ਮਿਲਣੀ ਆ, ਜਿਹਨੇ ਪਾਪ ਨਹੀਂ ਕੀਤਾ ਉਹਨੇ ਤਰ ਜਾਣਾ। ਫਿਰ ਇਸ ਕਰਕੇ ਉਹ ਅਚਿੰਤ ਰਹਿੰਦੇ ਨੇ, ਅਚਿੰਤ। ਸ਼ਲੋਕ ਮਹੱਲਾ ਤੀਜਾ। ਆਪਣੇ ਪ੍ਰੀਤਮ ਮਿਲ ਰਹਾ, ਅੰਤਰ ਰੱਖਾਂ ਔਰ ਤਾਰ। ਸਾਲਾਹੀ ਸੋ ਪ੍ਰਭ ਸਦਾ ਸਦਾ, ਗੁਰ ਕੈ ਹੇਤ ਪਿਆਰ। ਨਾਨਕ ਜਿਸ ਨਦਰ ਕਰੇ, ਤਿਸ ਮੇਲ ਲਏ, ਸਾਈ ਸੁਹਾਗਣ ਨਾਰ। ਫਿਰ ਕਹਿੰਦੇ ਨੇ ਕਿ ਆਪਣੇ ਪ੍ਰੀਤਮ ਨੂੰ, ਕਹਿੰਦੇ ਮਤਲਬ ਜੀਵ ਵੱਲੋਂ ਕਹਿ ਰਹੇ ਨੇ ਕਿ ਵੀ ਮੈਂ ਆਪਣੇ ਪ੍ਰੀਤਮ ਨੂੰ, ਪਰਮਾਤਮਾ ਨੂੰ ਹਮੇਸ਼ਾ ਮਿਲਿਆ ਹੀ ਰਹਾਂ ਤੇ ਉਸ ਦੀ ਯਾਦ ਨੂੰ ਹਮੇਸ਼ਾ ਆਪਣੇ ਅੰਦਰ ਟਿਕਾ ਕੇ ਰੱਖਾਂ, ਤੇ ਗੁਰੂ ਦੇ ਪ੍ਰੇਮ ਦੇ ਵਿੱਚ ਸਦਾ ਸਦਾ ਮੈਂ ਆਪਣੇ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਰਹਾਂ। ਫਿਰ ਕਹਿੰਦੇ ਨੇ ਨਾਨਕ ਜੀ ਵੀ ਜਿਹਦੇ ਉੱਪਰ ਉਹ ਪਰਮਾਤਮਾ ਕਿਰਪਾ ਕਰਦਾ, ਉਸ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ, ਤੇ ਉਹੀ ਜੀਵ ਫਿਰ ਸਦਾ ਸੁਹਾਗਣ ਨਾਰ ਆ ਵਾਹਿਗੁਰੂ ਜੀ ਦੀ। ਕਿ ਉਹ ਜਿਹੜਾ ਸੁਹਾਗ ਆ ਕਦੇ ਨਾ ਉਹ ਮਰਦਾ, ਨਾ ਕਦੇ ਉਹ ਜਾਂਦਾ ਕਿਤੇ, ਫਿਰ ਉਹ ਜੀਵ ਇਸਤਰੀ ਸਦਾ ਸੁਹਾਗਣ ਆ। ਮਹੱਲਾ ਤੀਜਾ। ਗੁਰ ਸੇਵਾ ਤੇ ਹਰ ਪਾਈਐ, ਜਾ ਕੋ ਨਦਰ ਕਰੇ। ਮਾਨਸ ਤੇ ਦੇਵਤੇ ਪਏ, ਧਿਆਇਆ ਨਾਮ ਹਰੇ। ਹਉਮੈ ਮਾਰ ਮਿਲਾਇਨ, ਗੁਰ ਕੈ ਸ਼ਬਦ ਤਰੇ। ਨਾਨਕ ਸਹਿਜ ਸਮਾਇਨ, ਹਰ ਆਪਣੀ ਕਿਰਪਾ ਕਰੇ। ਕਹਿੰਦੇ ਵੀ ਜੇ ਪਰਮਾਤਮਾ ਨਦਰ ਕਰੇ, ਜਿਹਦੇ ਤੇ ਪਰਮਾਤਮਾ ਦੀ ਨਦਰ ਹੁੰਦੀ ਆ, ਕਹਿੰਦੇ ਫਿਰ ਉਹ ਗੁਰੂ ਦੀ ਸ਼ਰਨ ਪੈ ਕੇ, ਗੁਰੂ ਦੀ ਸੇਵਾ ਕਰਕੇ ਹਰੀ ਨੂੰ ਪਾ ਲੈਂਦੇ ਨੇ। ਉਹ ਫਿਰ ਕਹਿੰਦੇ ਮਨੁੱਖਾ ਸੁਭਾਅ ਤੋਂ ਉਹਨਾਂ ਦੇ ਜਿਹੜੇ ਸੁਭਾਅ ਨੇ ਦੇਵਤਿਆਂ ਵਰਗੇ ਸੁਭਾਅ ਬਣ ਜਾਂਦੇ ਨੇ, ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਧਿਆਇਆ, ਉਹਦੇ ਨਾਮ ਦਾ ਸਿਮਰਨ ਕੀਤਾ। ਕਹਿੰਦੇ ਵੀ ਉਹ ਗੁਰੂ ਦੇ ਸ਼ਬਦ ਦੇ ਨਾਲ ਉਹਨਾਂ ਦੀ ਹਉਮੈ ਕਹਿੰਦੇ ਖਤਮ ਹੋ ਜਾਂਦੀ ਆ, ਤੇ ਫਿਰ ਉਹ ਇਸ ਭਵਜਲ ਤੋਂ ਤਰ ਜਾਂਦੇ ਨੇ।
ਫਿਰ ਕਹਿੰਦੇ ਜਿਨ੍ਹਾਂ ਦੇ ਉੱਪਰ ਨਾਨਕ ਜੀ ਕਹਿੰਦੇ ਵੀ ਪਰਮਾਤਮਾ ਆਪਣੀ ਕਿਰਪਾ ਕਰਦੇ ਨੇ ਉਹ ਹਮੇਸ਼ਾ ਆਤਮਿਕ ਅਡੋਲਤਾ ਦੇ ਵਿੱਚ ਸਮਾਏ ਰਹਿੰਦੇ ਨੇ। ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵੇਖਾਲੀਆਂ, ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਕਾਲੀਆਂ। ਕਹਿੰਦੇ ਪਰਮਾਤਮਾ ਆਪਣੇ ਭਗਤਾਂ ਨੂੰ ਆਪਣੀ ਭਗਤੀ ਆਪ ਬਖਸ਼ਦਾ ਤੇ ਫਿਰ ਆਪਣੀ ਭਗਤੀ ਦੀ ਉਹਨਾਂ ਨੂੰ ਵਡਿਆਈ ਦਿੰਦਾ, ਦਿਖਾਉਂਦਾ, ਬਰਕਤ ਆਪਣੀ ਮਤਲਬ ਭਗਤੀ ਦੀ ਆਪਣੇ ਸੇਵਕਾਂ ਨੂੰ ਭਗਤਾਂ ਨੂੰ ਫਿਰ ਦਿਖਾਉਂਦਾ ਪਰਮਾਤਮਾ। ਕਹਿੰਦੇ ਆਪਣੀ ਜਿਹੜਾ ਆਪਣੇ ਤੇ ਉਹਨਾਂ ਨੂੰ ਭਰੋਸਾ, ਆਪਣਾ ਪ੍ਰੇਮ ਕਹਿੰਦੇ ਇਹ ਵੀ ਆਪਣੇ ਭਗਤਾਂ ਨੂੰ ਦਿੰਦਾ। ਫਿਰ ਕਹਿੰਦੇ ਵੀ ਉਹ ਪਰਮਾਤਮਾ ਦੀ ਸੇਵਾ ਕਰਦੇ ਨੇ, ਪਰਮਾਤਮਾ ਦੀ ਭਗਤੀ ਕਰਦੇ ਨੇ। ਹਰ ਭਗਤਾਂ ਨੂੰ ਦੇ ਆਨੰਦ ਥਿਰ ਘਰੀ ਬਹਾਲਿਆਂ। ਫਿਰ ਕਹਿੰਦੇ ਆਪਣੇ ਭਗਤਾਂ ਨੂੰ ਥਿਰ ਦਾ ਘਰ ਦੇ ਦਿੰਦਾ, ਜਿਹਨੂੰ ਕਹਿੰਦੇ ਨੇ ਨਿੱਜ ਦਾ ਘਰ, ਉਹ ਘਰ ਜਿਹੜਾ ਸਦਾ ਲਈ ਉਹਨਾਂ ਦਾ ਰਹਿੰਦਾ। ਫਿਰ ਉੱਥੇ ਉਹ ਸਦਾ ਟਿਕੇ ਰਹਿੰਦੇ ਨੇ ਤੇ ਉਹ ਆਨੰਦ 'ਚ ਰਹਿੰਦੇ ਨੇ। ਫਿਰ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਕੋਰ ਚਾਲੀਆਂ। ਕਹਿੰਦੇ ਜੋ ਪਾਪੀ ਨੇ ਉਹਨਾਂ ਨੂੰ ਥਿਰ ਦਾ ਘਰ ਨਹੀਂ ਮਿਲਦਾ ਜਿੱਥੇ ਉਹ ਰਹਿ ਸਕਣ, ਉਹ ਨਰਕਾਂ ਵਿੱਚ ਪਾਏ ਜਾਂਦੇ ਨੇ। ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਆਂ। ਕਹਿੰਦੇ ਪਰਮਾਤਮਾ ਆਪਣੇ ਭਗਤਾਂ ਨੂੰ ਆਪਣਾ ਪੱਖ ਦਿੰਦਾ, ਉਹਨਾਂ ਨੂੰ ਉਹਨਾਂ ਦੇ ਪੱਖ ਵਿੱਚ ਹੁੰਦੇ ਨੇ ਤੇ ਉਹਨਾਂ ਦਾ ਫਿਰ ਨਿਸਤਾਰਾ ਕਰ ਦਿੰਦੇ ਨੇ ਤੇ ਆਪਣੇ ਭਗਤਾਂ ਨੂੰ ਪਿਆਰ 'ਚ ਰੱਖਦੇ ਨੇ। ਭਗਤੀ ਨੂੰ ਪਿਆਰ ਕਰਨ ਵਾਲੇ ਪਰਮਾਤਮਾ ਭਗਤ ਵਸ਼ਲ, ਨਾ ਹੀ ਭਗਤ ਵਸ਼ਲ ਆ। ਭਗਤਾਂ ਨੂੰ ਪਿਆਰ ਕਰਦੇ ਨੇ, ਉਹਨਾਂ ਦਾ ਪੱਖ ਪੂਰਦੇ ਨੇ ਤੇ ਉਹਨਾਂ ਦਾ ਨਿਸਤਾਰਾ ਹੋ ਜਾਂਦਾ, ਪਾਰ ਉਤਰ ਜਾਂਦੇ ਨੇ ਭਵਜਲ ਤੋਂ। ਸ਼ਲੋਕ ਮਹੱਲਾ ਪਹਿਲਾ। ਕੁਬੁੱਧ ਡੂਮਣੀ ਕੋਦਿਆ ਕਸਾਇਣ, ਪਰ ਨਿੰਦਾ ਘਟ ਚੂਹੜੀ ਮੁੱਠੀ ਕ੍ਰੋਧ ਚੰਡਾਲ। ਕਾਰੀ ਕੱਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲ। ਹਾਂਜੀ, ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਕਿਸੇ ਪੰਡਤ ਦੇ ਸੰਬੰਧ ਵਿੱਚ ਗੱਲ ਕਰ ਰਹੇ ਨੇ। ਜਿਸ ਤਰ੍ਹਾਂ ਪੰਡਤ ਲੋਕ ਚੌਕੇ ਆਪਣੇ ਬਣਾਉਂਦੇ ਸੀ ਰਸੋਈਆਂ ਆਪਣੀਆਂ, ਤੇ ਉਹਦੇ ਆਲੇ ਦੁਆਲੇ ਕੋਈ ਲਾਈਨ ਮਾਰ ਦਿੰਦੇ ਸੀ ਵੀ ਇਹ ਤੋਂ ਅੰਦਰ ਕੋਈ ਨਾ ਆਵੇ ਤੇ ਸਾਡਾ ਇਹ ਜਿਹੜਾ ਚੌਕਾ ਉਹ ਪਿੱਟਿਆ ਨਾ ਜਾਵੇ। ਉਹਦੇ ਸੰਬੰਧ ਵਿੱਚ ਗੱਲ ਕਰ ਰਹੇ ਨੇ। ਕਹਿੰਦੇ ਵੀ ਜੇ ਇਹ ਚਾਰੇ ਚੀਜ਼ਾਂ ਤੇਰੇ ਅੰਦਰ ਬੈਠੀਆਂ ਨੇ ਜੋ ਕਿ ਔਗਣ ਨੇ, ਤਾਂ ਫਿਰ ਕਹਿੰਦੇ ਵੀ ਜਿਹੜੀ ਇਹ ਚੌਕੇ ਦੇ ਆਲੇ ਦੁਆਲੇ ਜਿਹੜੀ ਇਹ ਲਕੀਰ ਮਾਰੀ ਆ ਕਿ ਪਿੱਟਿਆ ਨਾ ਜਾਵੇ, ਕਹਿੰਦੇ ਉਹਦੇ ਨਾਲ ਫਿਰ ਕੀ ਫਰਕ ਪੈਣਾ ਜਦ ਤੇਰੇ ਅੰਦਰ ਇਹ ਚਾਰ ਔਗਣ ਨੇ। ਔਗਣ ਕਿਹੜੇ ਨੇ? ਕਹਿੰਦੇ ਵੀ ਜਿੱਦਾਂ ਕੋਈ ਡੂਮਣੀ ਕਹਿੰਦੇ ਤੇਰੀ ਮੱਤ ਆ, ਜਿਵੇਂ ਮਰਾਸੀਆਂ ਦੀ ਮੱਤ ਹੁੰਦੀ ਆ। ਕਹਿੰਦੇ ਅੰਦਰ ਤੇਰੇ ਦਇਆ ਨਹੀਂ ਹੈਗੀ, ਉਹ ਜਿਵੇਂ ਕਸਾਈ ਹੁੰਦਾ, ਕਸਾਈ ਨੂੰ ਦਇਆ ਨਹੀਂ ਹੁੰਦੀ, ਕਿੱਦਾਂ ਮਾਰਦਾ। ਕਹਿੰਦੇ ਉਹ ਤੇਰੇ ਅੰਦਰ ਕਸਾਈ ਵਾਲੀ ਕਹਿੰਦੇ ਦਇਆ ਨਹੀਂ ਹੈਗੀ, ਕੋ ਦਇਆ। ਫਿਰ ਕਹਿੰਦੇ ਜਿਹੜੀ ਹੈਗੀ ਆ ਦੂਜਿਆਂ ਦੀ ਨਿੰਦਾ ਕਰਨੀ, ਉਹ ਤੇਰੇ ਅੰਦਰ ਜਿਵੇਂ ਚੂੜੀ ਵਾਂਗ ਬਣੀ ਬੈਠੀ ਆ। ਜਿਹੜਾ ਕਰੋਧ ਆ ਉਹ ਤੇਰੇ ਅੰਦਰ ਚੰਡਾਲ ਆ। ਇਹਨਾਂ ਸਾਰਿਆਂ ਨੇ ਤੈਨੂੰ ਲੁੱਟਿਆ ਹੋਇਆ, ਤੇਰੇ ਮਨ ਨੂੰ ਅਸ਼ਾਂਤ ਕੀਤਾ ਹੋਇਆ। ਪੰਡਿਤ ਨੂੰ ਕਹਿ ਰਹੇ ਨੇ ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇਹੀ। ਕਹਿੰਦੇ ਇਹਦੇ ਨਾਲ ਜੇ ਤੂੰ ਕਰੇ ਵੀ ਸੱਚ ਦਾ ਤੂੰ ਸੰਜਮ ਕਰੇ ਤੇ ਕਹਿੰਦੇ ਚੰਗਾ ਜਿਹੜਾ ਆਚਰਣ ਹੋਵੇ, ਵੀ ਇਹ ਹੋਵੇ ਆਲੇ ਦੁਆਲੇ ਚੁੱਲ੍ਹੇ ਦੇ ਜਿਹੜੀ ਹੈਗੇ ਚੌਕੇ ਦੇ ਆਲੇ ਦੁਆਲੇ ਕਾਰ ਲਕੀਰ ਵਾਉਣੀ, ਉਹ ਤੇਰਾ ਚੰਗਾ ਆਚਰਣ ਹੋਵੇ। ਫਿਰ ਕਹਿੰਦੇ ਜਿਹੜਾ ਤੇਰਾ ਨਾਮ ਜਪਣਾ ਉਹ ਤੇਰਾ ਤੀਰਥ ਇਸ਼ਨਾਨ ਹੋਵੇ। ਨਾਨਕ ਅੱਗੇ ਉਤਮ ਸੇਈ ਜੇ ਪਾਪਾਂ ਪੰਦ ਨਾ ਦੇਹੀ। ਫਿਰ ਸਮਝਾਉਂਦੇ ਨੇ, ਕਹਿੰਦੇ ਵੀ ਅੱਗੇ ਜਾ ਕੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਤਾਂ ਉਹੀ ਉੱਤਮ ਗਿਣੇ ਜਾਂਦੇ ਨੇ ਜੋ ਪਾਪਾਂ ਦੇ ਸੰਬੰਧੀ ਸਿੱਖਿਆ ਨਹੀਂ ਦਿੰਦੇ ਤੇ ਆਪ ਵੀ ਪਾਪ ਨਹੀਂ ਕਰਦੇ।
महला पहला। क्या हंस क्या बगला, जाको नदर करे। जो तिस पावै नानका, कागों हंस करे। बहुत ही प्यारी तुका। क्या हंस क्या बगला, जाको नदर करे। जो तिस पावै नानका, कागों हंस करे। ਕਹਿੰਦੇ ਜਿਸ ਤਰ੍ਹਾਂ ਬਗਲਾ ਹੁੰਦਾ ਨਾ, ਉਹ ਪਖੰਡ ਕਰਦਾ ਜਦੋਂ ਮੱਛੀਆਂ ਨੂੰ ਫੜਦਾ ਕਿ ਵੀ ਮੈਂ ਉਹਨਾਂ ਵੱਲ ਦੇਖ ਨਹੀਂ ਰਿਹਾ, ਹੈ ਨਾ। ਰੰਗ ਚਿੱਟਾ ਹੰਸ ਵਰਗਾ ਹੀ, ਪਰ ਹੰਸ ਤਾਂ ਜਿੱਦਾਂ ਵੀ ਹੀਰੇ ਮੋਤੀ ਚੁਗਦੇ ਨੇ, ਇੱਦਾਂ ਦੂਸਰੇ ਜੀਵਾਂ ਨੂੰ ਨਹੀਂ ਮਾਰਦੇ, ਉਹਨਾਂ ਦਾ ਖਾਣਾ ਚੰਗਾ ਹੁੰਦਾ। ਫਿਰ ਕਹਿੰਦੇ ਵੀ ਚਾਹੇ ਬਗਲਾ ਹੈਗਾ ਚਾਹੇ ਹੰਸ ਹੈਗਾ, ਵੀ ਉਹ ਵੀ ਜੋ ਪਰਮਾਤਮਾ ਦੀ ਨਿਗਾਹ ਦੇ ਵਿੱਚ, ਜਿਹਨੂੰ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋ ਗਈ, ਤੇ ਉਹਨੂੰ ਕਹਿੰਦੇ ਵੀ ਹੰਸ ਵਰਗਾ ਬਣਨ ਲੱਗਿਆਂ ਦੇਰ ਨਹੀਂ ਲੱਗਦੀ ਹੈਗੀ ਚੰਗਾ। ਤੇ ਉਹਦੇ ਬਗਲੇ ਵਰਗੇ ਮਾੜੇ ਜਿਹੜੇ ਹੈਗੇ ਨੇ ਔਗਣ, ਉਹਨਾਂ ਨੂੰ ਨਿਕਲਣ ਨੂੰ ਦੇਰ ਨਹੀਂ ਲੱਗਦੀ ਵੀ ਜੇ ਪਰਮਾਤਮਾ ਕਿਸੇ ਤੇ ਆਪਣੀ ਕਿਰਪਾ ਦ੍ਰਿਸ਼ਟੀ ਕਰਦੇ ਨੇ। ਫਿਰ ਕਹਿੰਦੇ ਜਦੋਂ ਪਰਮਾਤਮਾ ਨੂੰ ਚੰਗਾ ਲੱਗੇ ਵੀ ਜਿਹੜਾ ਬਗਲਾ ਤਾਂ ਬਾਹਰੋਂ ਮਤਲਬ ਸਾਫ਼ ਦਿਸਦਾ ਹੀ ਆ, ਉਹਦੀ ਤਾਂ ਗੱਲ ਛੱਡੋ, ਵੀ ਜਿਹੜਾ ਕਾਂ ਜਿਹਦਾ ਅੰਦਰੋਂ ਵੀ ਆਚਰਣ ਮਾੜਾ ਤੇ ਬਾਹਰੋਂ ਵੀ, ਤੇ ਉਹਨੂੰ ਵੀ ਕਹਿੰਦੇ ਹੰਸ ਬਣਾ ਦਿੰਦੇ ਨੇ। ਇਹ ਪਰਮਾਤਮਾ ਦੀ ਦਇਆ ਦ੍ਰਿਸ਼ਟੀ ਤੇ ਹੈ ਕਿ ਵੀ ਕਾਂ ਨੂੰ ਵੀ ਹੰਸ ਬਣਾ ਦਿੰਦੇ ਨੇ। ਪੌੜੀ ਕੀਤਾ ਲੋੜੀਐ ਕੰਮ, ਸੋ ਹਰ ਪਹਿ ਆਖੀਐ। ਕਾਰਜ ਦੇ ਸਵਾਰ, ਸਤਿਗੁਰ ਸੱਚ ਸਾਖੀਐ। ਕਹਿੰਦੇ ਵੀ ਜੇ ਜੀਵ ਨੂੰ ਕਹਿੰਦੇ ਵੀ ਜੇ ਤੂੰ ਚਾਹੁੰਦਾ ਨਾ ਵੀ ਮੇਰਾ ਆਹ ਕੰਮ ਹੋ ਜਾਏ, ਤਾਂ ਉਸ ਕੰਮ ਲਈ ਕਿਸੇ ਨੂੰ ਨਹੀਂ, ਕਿਹਨੂੰ ਕਹਿਣਾ? ਪਰਮਾਤਮਾ ਨੂੰ, ਕਿ ਮੇਰਾ ਆਹ ਕੰਮ ਸੱਚੇ ਪਾਤਸ਼ਾਹ ਜੀ ਕਰਵਾ ਦਿਓ। ਫਿਰ ਕਹਿੰਦੇ ਵੀ ਇਹ ਸਤਿਗੁਰ ਸੱਚੀ ਸਾਖੀ, ਸਤਿਗੁਰ ਸੱਚ ਦੀ ਸਾਖੀ ਭਰਦੇ ਨੇ। ਸਤਿਗੁਰ ਕਹਿੰਦੇ ਗਵਾਹ ਨੇ ਇਸ ਗੱਲ ਦੇ ਕਿ ਵੀ ਪਰਮਾਤਮਾ ਸਾਡਾ ਕੰਮ ਸਵਾਰ ਦਿੰਦੇ ਨੇ। ਵੀ ਸਤਿਗੁਰ ਵੀ ਇਸ ਗੱਲ ਦੀ ਗਵਾਹੀ ਭਰ ਰਹੇ ਨੇ ਕਿ ਜਦੋਂ ਅਸੀਂ ਜੀਵ ਪਰਮਾਤਮਾ ਨੂੰ ਕਹਿੰਦਾ ਕਿ ਵੀ ਪਿਤਾ ਜੀ ਆਹ ਮੇਰਾ ਕੰਮ ਹੋਣ ਵਾਲਾ, ਸਤਿਗੁਰ ਵੀ ਕਹਿੰਦੇ ਨੇ ਵੀ ਉਹ ਕੰਮ ਕਰਾ ਦਿੰਦੇ ਨੇ ਪਰਮੇਸ਼ਰ ਪਿਤਾ। ਵਾਹਿਗੁਰੂ ਜੀ ਵਾਹਿਗੁਰੂ। ਸੰਤਾਂ ਸੰਗ ਨਿਧਾਨ, ਅੰਮ੍ਰਿਤ ਚਾਖੀਐ। ਕਹਿੰਦੇ ਜਿਹੜਾ ਪਰਮਾਤਮਾ ਦਾ ਅੰਮ੍ਰਿਤ ਰੂਪੀ ਕਹਿੰਦੇ ਜਿਹੜਾ ਖਜ਼ਾਨਾ ਹੈਗਾ, ਕਹਿੰਦੇ ਉਹਦਾ ਸਵਾਦ ਸੰਤਾਂ ਦੀ ਸੰਗਤ ਵਿੱਚ ਰਿਹਾ ਮਿਲ ਜਾਂਦਾ। ਭੈ ਭੰਜਨ ਮਿਹਰਵਾਨ, ਦਾਸ ਕੀ ਰਾਖੀਐ। ਕਹਿੰਦੇ ਹੇ ਪਰਮਾਤਮਾ, ਜੀਵਨ ਨੂੰ ਕਹਿੰਦੇ ਨੇ ਕਿ ਹੇ ਭੈ ਭੰਜਨ, ਕਹਿੰਦੇ ਵੀ ਡਰ ਨੂੰ ਦੂਰ ਕਰਨ ਵਾਲੇ ਮੇਰਾਂ ਦੇ ਸਾਈਂ, ਮੇਰੀ ਸੇਵਕ ਦੀ ਕਹਿੰਦੇ ਪੱਤ ਰੱਖ ਲੈ। ਨਾਨਕ ਹਰ ਗੁਣ ਗਾਏ, ਅਲਖ ਪ੍ਰਭ ਲਾਖੀਐ। ਨਾਨਕ ਜੀ ਕਹਿੰਦੇ ਨੇ ਕਿ ਵੀ ਪਰਮਾਤਮਾ ਦੇ ਗੁਣ ਗਾ ਕੇ ਉਸ ਨਾਂ ਦੇ ਸਮ ਵਾਲੇ ਪਰਮਾਤਮਾ ਨੂੰ ਦੇਖ ਲਈਦਾ, ਉਹਦੇ ਦੀਦਾਰ ਕਰ ਲਈਦਾ। ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸ਼ਲੋਕ ਮਹੱਲਾ ਤੀਜਾ। ਜੀਓ ਪਿੰਡ ਸਭ ਤਿਸ ਕਾ, ਸਭ ਸੈ ਦੇ ਆਧਾਰ। ਕਹਿੰਦੇ ਜਿਸ ਪਰਮਾਤਮਾ ਦਾ ਦਿੱਤਾ ਹੋਇਆ ਜੀ ਆ, ਸਰੀਰ ਆ, ਕਹਿੰਦੇ ਉਹੀ ਸਾਰਿਆਂ ਨੂੰ ਆਸਰਾ ਵੀ ਦਿੰਦਾ। ਨਾਨਕ ਗੁਰਮੁਖ ਸੇਵੀਐ, ਸਦਾ ਸਦਾ ਦਾਤਾਰ। ਨਾਨਕ ਜੀ ਕਹਿੰਦੇ ਨੇ ਕਿ ਗੁਰੂ ਦੇ ਸਨਮੁਖ ਹੋ ਕੇ ਉਸ ਦਾਤਾਰ ਜੋ ਸਦਾ ਹੀ ਸਾਨੂੰ ਦਾਤਾਂ ਦਿੰਦਾ, ਉਹਦੀ ਅਸੀਂ ਸੇਵਾ ਕਰੀਏ, ਉਹਦਾ ਨਾਮ ਸਿਮਰਨ ਕਰੀਏ। ਹਉ ਬਲਿਹਾਰੀ ਤਿਨ ਕੋ, ਜਿਨ ਧਿਆਇਆ ਹਰ ਨਿਰੰਕਾਰ।
ਕਹਿੰਦੇ ਮੈਂ ਉਸ ਤੋਂ ਸਦਕੇ ਆ ਕਹਿੰਦੇ ਜਿਸ ਨੇ ਉਸ ਹਰੀ ਨਿਰੰਕਾਰ ਨੂੰ ਧਿਆਇਆ ਹੈ, ਉਹਦੀ ਆਰਾਧਨਾ ਕੀਤੀ ਹੈ, ਉਹਦਾ ਨਾਮ ਸਿਮਰਿਆ ਹੈ। ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਕਹਿੰਦੇ ਉਹਨਾਂ ਦੇ ਮੁਖ ਸਦਾ ਹੀ ਕਹਿੰਦੇ ਖਿੜੇ ਰਹਿੰਦੇ ਨੇ, ਰੋਸ਼ਨ ਰਹਿੰਦੇ ਨੇ, ਤੇ ਸਾਰਾ ਜਗਤ ਹੀ ਕਹਿੰਦੇ ਉਹਨਾਂ ਨੂੰ ਨਮਸਕਾਰ ਕਰਦਾ। ਕਿਹਨਾਂ ਨੂੰ? ਜਿਨ੍ਹਾਂ ਨੇ ਉਸ ਪਰਮਾਤਮਾ ਦਾ ਨਾਮ ਜਪਿਆ। ਵਾਹਿਗੁਰੂ ਜੀ ਵਾਹਿਗੁਰੂ। ਮਹੱਲਾ ਤੀਜਾ। ਸਤਿਗੁਰ ਮਿਲਿਐ ਉਲਟੀ ਪਈ, ਨਵਨਿਧ ਖਰਚਿਓ ਖਾਓ। 18 ਸਿੱਧੀ ਪਿੱਛੇ ਲੱਗੀਆਂ ਫਿਰਨ, ਨਿਜ ਘਰ ਵਸੈ ਨਿਜ ਥਾਏ। ਕਹਿੰਦੇ ਉਹ ਜੀਵ ਜੋ ਸਤਿਗੁਰ ਨੂੰ ਮਿਲਦੇ ਨੇ, ਫਿਰ ਕਹਿੰਦੇ ਉਹਨਾਂ ਦੀ ਜਿਹੜੀ ਮੱਤ ਆ ਉਹ ਉਲਟ ਜਾਂਦੀ ਆ। ਕਿੱਥੋਂ? ਸੰਸਾਰ ਵੱਲੋਂ, ਮਾਇਕ ਪਦਾਰਥਾਂ ਵੱਲੋਂ ਉਲਟ ਜਾਂਦੀ ਆ ਤੇ ਪਰਮਾਤਮਾ ਵੱਲ ਪਲਟ ਜਾਂਦੀ ਆ। ਫਿਰ ਕਹਿੰਦੇ ਉਹਨਾਂ ਦੇ ਕੋਲ ਸੰਸਾਰ ਦੇ 9 ਹੀ ਖਜ਼ਾਨੇ ਆ ਜਾਂਦੇ ਨੇ, ਤੇ ਫਿਰ ਕਹਿੰਦੇ ਵੀ ਉਹ 9 ਖਜ਼ਾਨੇ ਪਾ ਕੇ ਉਹ ਆਪ ਵੀ ਕਹਿੰਦੇ ਖਰਚਦੇ ਨੇ, ਖਾਂਦੇ ਨੇ ਤੇ ਦੂਜਿਆਂ ਨਾਲ ਵੀ ਵੰਡਦੇ ਨੇ। ਉਹਨਾਂ ਦੇ ਕਹਿੰਦੇ ਪਿੱਛੇ ਜਿਹੜੀਆਂ 18 ਸਿੱਧੀਆਂ ਨੇ ਉਹ ਲੱਗੀਆਂ ਫਿਰਦੀਆਂ ਨੇ, ਪਰ ਉਹਨਾਂ ਨੂੰ ਕੋਈ ਉਹਨਾਂ ਦੀ ਪਰਵਾਹ ਨਹੀਂ ਹੈਗੀ ਸਿੱਧੀਆਂ ਦੀ। ਉਹ ਆਪਣੇ ਨਿਜ ਦੇ ਥਾਂ ਵਿੱਚ, ਨਿਜ ਦੇ ਘਰ ਵਿੱਚ, ਅਟਲ ਜਗ੍ਹਾ ਤੇ ਆਨੰਦ ਵਿੱਚ ਬੈਠਦੇ ਨੇ। ਅਨਹਦ ਧੁਨੀ ਸਦ ਵੱਜਦੇ, ਉਨਮਨ ਹਰ ਲਿਵ ਲਾਏ। ਉਹਨਾਂ ਦੇ ਫਿਰ ਕਹਿੰਦੇ ਅੰਦਰ ਦੀ ਅਵਸਥਾ ਕੀ ਹੁੰਦੀ ਆ? ਜਿਹੜੀ ਅਨਹਦ ਧੁਨੀ ਆ ਕਹਿੰਦੇ ਉਹਨਾਂ ਨੂੰ ਆਪਣੀ ਅੰਦਰ ਵੱਜਦੀ ਦਾ ਉਹਦਾ ਅਹਿਸਾਸ ਹੁੰਦਾ। ਉਹ ਇੱਕ ਧੁਨੀ ਹੈਗੀ ਆ ਸੰਗਤ ਜੀ। ਇਹਦੇ ਬਾਰੇ ਹੁਣ ਜਿਸ ਨੇ ਇਹ ਚੀਜ਼ਾਂ ਦੇਖੀਆਂ ਨੇ ਹਨਾ, ਉਹ ਇਹਨਾਂ ਨੂੰ ਕਹਿਣ ਤੋਂ ਅਸਮਰੱਥ ਨੇ, ਪਰ ਇਹ ਬਹੁਤ ਹੀ ਪਿਆਰੇ ਸ਼ਬਦ ਨੇ। ਅਨਹਦ ਨਾਦ, ਅਨਹਦ ਧੁਨੀ, ਉਨਮਨ ਅਵਸਥਾ ਜਿਹੜੀ ਹੈਗੀ ਆ ਨਾ, ਬਹੁਤ ਹੀ ਪਿਆਰੀਆਂ ਚੀਜ਼ਾਂ ਨੇ। ਜਿਸ ਤਰ੍ਹਾਂ ਆਪਾਂ ਇਹਦੇ ਬਾਰੇ ਥੋੜ੍ਹੀ ਜਿਹੀ ਵਿਚਾਰ ਕਰਦੇ ਹਾਂ, ਜਿੰਨੀ ਕੁ ਸਮਝ ਦੇ ਵਿੱਚ ਆਉਂਦੀ ਆ, ਜਿੰਨੀ ਕੁ ਸੁਣੀ ਆ, ਜਿੰਨੀ ਕੁ ਸਮਝੀ ਆ। ਅਨਹਦ ਧੁਨੀ ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਕਹਿੰਦੇ ਕਿ ਪਰਮਾਤਮਾ ਦਾ ਜਿਹੜਾ ਨਾਦ ਆ ਉਹ ਸੰਸਾਰ ਵਿੱਚ 24 ਘੰਟੇ ਮਤਲਬ ਚੱਲ ਰਿਹਾ। ਜਿਸ ਤਰ੍ਹਾਂ ਬਾਹਰ ਬ੍ਰਹਿਮੰਡ ਦੇ ਵਿੱਚ ਅਨਹਦ ਧੁਨੀ ਪਰਮਾਤਮਾ ਦੀ ਆ, ਇਸ ਤਰ੍ਹਾਂ ਸਾਡੇ ਅੰਦਰ ਆ। ਪਰ ਉਹ ਜਿਨ੍ਹਾਂ ਦੀ ਫਿਰ ਉਹਦੇ ਨਾਲ ਲਿਵ ਲੱਗਦੀ ਆ ਨਾ, ਉਹ ਫਿਰ ਇਸ ਧੁਨੀ ਨੂੰ ਅਨੁਭਵ ਕਰ ਲੈਂਦੇ ਨੇ, ਇਸ ਧੁਨੀ ਦਾ ਆਨੰਦ ਮਾਣ ਲੈਂਦੇ ਨੇ। ਉਹ ਇਹ ਇੱਕ ਤਰ੍ਹਾਂ ਮਤਲਬ ਜਿਸ ਤਰ੍ਹਾਂ ਟਿਕੀ ਟਿਕੀ ਵਾਂਗ ਆ ਜੋ ਚੱਲਦੀ ਰਹਿੰਦੀ ਆ ਹਮੇਸ਼ਾ ਨਾ, ਤੇ ਉਹ ਫਿਰ ਉਹਨਾਂ ਨੂੰ ਹੀ ਇਹਦਾ ਅਹਿਸਾਸ ਹੁੰਦਾ ਵੀ ਜੋ ਇਸ ਨੂੰ ਅਨੁਭਵ ਕਰ ਲੈਂਦੇ ਨੇ। ਅਨਹਦ ਧੁਨੀ ਜਿਨ੍ਹਾਂ ਦੇ ਅੰਦਰ ਫਿਰ ਉਹ ਪਰਮਾਤਮਾ ਦਾ ਨਾਮ ਇੱਕ ਰਸ ਨਿਰੰਤਰ ਚੱਲਦਾ ਰਹਿੰਦਾ, ਫਿਰ ਉਹ ਇੱਦਾਂ ਦਾ ਆਨੰਦ ਮਾਣਦੇ ਨੇ। ਤੇ ਉਹ ਕਹਿੰਦੇ ਵੀ ਉਹਨਾਂ ਦੇ ਅੰਦਰ ਇਹ ਅਨਹਦ ਧੁਨੀ ਵੱਜਦੀ ਰਹਿੰਦੀ ਆ। ਉਨਮਨ ਹੈਗਾ ਕਿ ਇੱਕ ਉੱਚੀ ਅਵਸਥਾ ਬਹੁਤ, ਜਿਹੜੇ ਦੇ ਵਿੱਚ ਕੋਈ ਸੋਚ ਵਿਚਾਰ ਨਹੀਂ ਹੈਗੀ, ਸੁਰਤ ਸੋਚ ਵਿਚਾਰ ਤੋਂ ਉੱਪਰ ਹੋ ਜਾਂਦੀ ਆ। ਤੇ ਉਸ ਤਰ੍ਹਾਂ ਫਿਰ ਕਹਿੰਦੇ ਉਹ ਹਰੀ ਦੇ ਨਾਲ ਲਿਵ ਲਾ ਕੇ ਰੱਖਦੇ ਨੇ, ਉਹਨਾਂ ਦੀ ਸੁਰਤ ਬੜੀ ਮਤਲਬ ਲਿਵ ਵਿੱਚ ਹੋ ਜਾਂਦੀ ਹੈ ਵਾਹਿਗੁਰੂ ਦੇ ਨਾਲ। ਨਾਨਕ ਹਰ ਭਗਤ ਤਿਨਾ ਕੈ ਮਨ ਵਸੈ, ਜਿਨ ਮਸਤਕ ਲਿਖਿਆ ਧੁਰ ਪਾਏ। ਨਾਨਕ ਜੀ ਕਹਿੰਦੇ ਨੇ ਵੀ ਪਰਮਾਤਮਾ ਦੀ ਭਗਤੀ ਉਹਨਾਂ ਦੇ ਮਨ ਵਿੱਚ ਹੀ ਵਸਦੀ ਆ ਜਿਨ੍ਹਾਂ ਦੇ ਮੱਥੇ ਉੱਪਰ ਪਿਛਲੇ ਪੂਰਵਲੇ ਕਰਮਾਂ ਦੇ ਅਨੁਸਾਰ ਭਗਤੀ ਕਰਨੀ ਲਿਖੀ ਹੋਈ ਆ। ਪੌੜੀ ਹੋ ਢਾਡੀ ਹਰ ਪ੍ਰਭ ਖਸਮ ਕਾ, ਹਰ ਕੈ ਦਰ ਆਇਆ। ਕਹਿੰਦੇ ਮੈਂ ਪਰਮਾਤਮਾ ਦੇ ਦਰ ਤੇ ਪਰਮਾਤਮਾ ਦੀ ਸਿਫਤ ਸਲਾਹ ਗਾਉਣ ਵਾਲਾ ਢਾਡੀ ਆ ਤੇ ਪਰਮਾਤਮਾ ਦੇ ਦਰ ਤੇ ਆਇਆ। ਹਰ ਅੰਦਰ ਸੁਣੀ ਪੁਕਾਰ, ਢਾਡੀ ਮੁਖ ਲਾਇਆ। ਇਹ ਕਹਿੰਦੇ ਪਰਮਾਤਮਾ ਨੇ ਆਪਣੀ ਦਰਗਾਹ ਵਿੱਚ ਬੈਠਿਆਂ ਮਤਲਬ ਢਾਡੀ ਦੀ ਜਿਹੜੀ ਬੇਨਤੀ ਆ ਉਹ ਸੁਣ ਲਈ, ਤੇ ਫਿਰ ਉਹਨੂੰ ਕਹਿੰਦੇ ਵੀ ਜਿੱਦਾਂ ਕਹਿੰਦੇ ਮੁਖ ਲਾਇਆ, ਆਪਾਂ ਕਹਿੰਦੇ ਵੀ ਦਮੂਹ ਲਾਇਆ, ਵੀ ਉਹਦੇ ਨਾਲ ਜਿੱਦਾਂ ਰਾਸਤਾ ਕਾਇਮ ਕੀਤਾ ਕਿ ਵੀ ਮਤਲਬ ਤੂੰ ਪੁਕਾਰ ਰਿਹਾ ਹੈ ਨਾ, ਪੁਕਾਰ ਸੁਣ ਕੇ।
ਹਰ ਪੁੱਛਿਆ ਢਾਡੀ ਸੱਦ ਕੈ ਕਿਤ ਅਰਥ ਤੂੰ ਆਇਆ। ਫਿਰ ਕਹਿੰਦੇ ਪ੍ਰਮਾਤਮਾ ਨੇ ਅੰਦਰ ਸੱਦ ਕੇ ਆਪਣੀ ਦਰਗਾਹ ਦੇ ਵਿੱਚ ਦਰਬਾਰ ਵਿੱਚ ਢਾਡੀ ਨੂੰ ਪੁੱਛਿਆ ਕਿ ਵੀ ਤੂੰ ਇੱਥੇ ਕਿਸ ਮਕਸਦ ਨਾਲ ਆਇਆ ਹੈ। ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ। ਫਿਰ ਕਹਿੰਦੇ ਜੀਵ ਢਾਡੀ ਨੇ ਕਹਿੰਦੇ ਪ੍ਰਮਾਤਮਾ ਨੂੰ ਬੇਨਤੀ ਕੀਤੀ ਕਿ ਮੇਰੇ ਤੇ ਮਿਹਰ ਕਰੋ ਪ੍ਰਭ ਪ੍ਰਮਾਤਮਾ ਜੀ, ਮੇਰੇ ਤੇ ਮਿਹਰ ਕਰੋ ਸਾਈਆਂ ਜੀ ਕਿ ਮੈਂ ਆਪ ਦਾ ਨਾਮ ਹਮੇਸ਼ਾ ਹੀ ਧਿਆਉਂਦਾ ਰਹਾਂ, ਆਪ ਦਾ ਨਾਮ ਹਮੇਸ਼ਾ ਹੀ ਗੁਣਗਾਨ ਕਰਦਾ ਰਹਾਂ। ਹਰ ਦਾਤੈ ਹਰ ਨਾਮ ਜਪਾਇਆ ਨਾਨਕ ਪੈਨਾਇਆ। ਸੁਧ ਕਹਿੰਦੇ ਫਿਰ ਉਸ ਹਰੀ ਪਰਮਾਤਮਾ ਨੇ ਕਹਿੰਦੇ ਮੈਨੂੰ ਆਪਣਾ ਨਾਮ ਜਪਾਇਆ ਤੇ ਨਾਮ ਮੈਨੂੰ ਪੱਕਾ ਕਰਾਇਆ ਤੇ ਫਿਰ ਮੈਨੂੰ ਸਿਰੋਂ ਪਾਉ ਦਿੱਤਾ। ਕਹਿੰਦੇ ਮੈਨੂੰ ਮਤਲਬ ਮਾਣ ਤਾਣ ਦਿੱਤਾ, ਮੇਰੀ ਸ਼ੋਭਾ ਲੋਕ ਤੇ ਪਰਲੋਕ ਵਿੱਚ ਕਰ ਦਿੱਤੀ, ਮੈਨੂੰ ਬਹੁਤ ਸਨਮਾਨ ਦਿੱਤਾ ਉਸ ਪਰਮਾਤਮਾ ਨੇ। ਹਾਂਜੀ ਸੰਗਤ ਜੀ, ਜਿਹੜਾ ਜਦੋਂ ਬਾਣੀ ਖਤਮ ਹੁੰਦੀ ਹੈ ਸੁਧ ਲਿਖਿਆ ਹੁੰਦਾ ਨਾ, ਇਹਦੇ ਬਾਰੇ ਇਹ ਅੱਗੇ ਵਿਚਾਰ ਕਿਤੇ ਸੁਣਿਆ ਸੀ ਜਾਂ ਪੜ੍ਹਿਆ ਸੀ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਗੁਰੂ ਅਰਜਨ ਪਾਤਸ਼ਾਹ ਜੀ ਨੇ, ਉਦੋਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਲਿਖੇ ਜਾ ਰਹੇ ਸੀ ਤਾਂ ਲਿਖਣ ਤੋਂ ਬਾਅਦ ਫਿਰ ਉਹ ਗੁਰੂ ਅਰਜਨ ਦੇਵ ਜੀ ਸਾਰਾ ਦੇਖਦੇ ਸੀ ਕਿ ਮਤਲਬ ਸਾਰਾ ਪੂਰਾ ਠੀਕ ਬਾਣੀ ਲਿਖੀ ਗਈ ਆ, ਤੇ ਜਦੋਂ ਬਾਣੀ ਠੀਕ ਲਿਖੀ ਹੁੰਦੀ ਸੀ ਸਾਰੀ, ਫਿਰ ਉਹਨੂੰ ਸੁੱਧ ਲਿਖ ਦਿੰਦੇ ਸੀ ਕਿ ਪਤਾ ਲੱਗ ਜੇ ਵੀ ਇਹ ਬਾਣੀ ਹੁਣ ਨਿਰੀਖਣ ਹੋ ਗਿਆ ਤੇ ਬਾਣੀ ਇਹ ਸਾਰੀ ਸਹੀ ਆ, ਤੇ ਇਹਦੇ ਤੇ ਸੁੱਧ ਲਿਖ ਦਿੱਤਾ। ਇਸ ਕਰਕੇ ਇਹ ਸੁੱਧ ਅੱਖਰ ਲਿਖਿਆ ਆਉਂਦਾ ਬਾਣੀ ਦੇ ਪਿੱਛੇ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਾਰੀ ਦੇਖ ਕੇ ਘੋਖ ਕੇ ਨਿਰੀਖਣ ਕਰਕੇ ਕਿ ਬਾਣੀ ਸਾਰੀ ਸੁੱਧ ਆ। ਵਾਹਿਗੁਰੂ ਜੀ, ਵਾਹਿਗੁਰੂ ਜੀ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਬਾਣੀ ਦੀ ਸਾਂਝ ਪਾਉਂਦਿਆਂ ਬੇਅੰਤ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਇਸ ਦਾਸੀ ਦੀ ਝੋਲੀ ਪਾ ਦਿਓ ਜੀ। ਸਤਿਗੁਰੂ ਜੀ ਪਰਮਾਤਮਾ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਅਨੇਕਾਂ ਗਲਤੀਆਂ ਆਪ ਦੀ ਬੱਚੀ ਤੋਂ ਹੁੰਦੀਆਂ ਨੇ। ਸਤਿਗੁਰੂ ਜੀ ਬਖਸ਼ ਦਿਓ ਜੀ, ਬਖਸ਼ ਦਿਓ, ਅੱਗੇ ਤੋਂ ਸਮੱਤ ਦੇ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।